कोरोना वायरस के चलते पंजाब सरकार की तरफ से कहा गया है कि किसानों की फसल के लिए पुख्ता प्रबंध किए गए हैं और किसानों का एक एक दाना उठाया जाएगा। परंतु गुरदासपुर के अधीन आते मकौड़ा पतन रावी दरिया से पार बसते 7 गांवों के किसानों की हजारों एकड़ फसल मंडियों में पहुंचाने की बजाय ट्रालियों में ही खराब हो रही है, क्योंकि मकौड़ा पतन रावी दरिया पर बना आरजी पुल के टूट जाने के कारण दरिया से पार बसते 7 गांवों के किसानों की हजारों एकड़ फसल मंडियों में नहीं पहुंच रही और इस आरजी पुल को ठीक करने के लिए कोई भी प्रशासन का अधिकारी नहीं पहुंचा, जिस कारण अब किसान खुद इस आरजी पुल को ठीक कर रहे हैं। किसानों का कहना है कि पहले भी कई बार वह इस पुल को ठीक कर चुके हैं, परंतु जब भी डैम वाले पानी छोड़ते हैं तो यह पुल फिर बह जाता है। इसलिए किसानों की अपील है कि इस पुल का हल किया जाए। वहीं कुछ गांवों के किसानों की पक्की फसल में दरिया का पानी खड़ा दिखाई दे रहा है, जिसके कारण उनकी पककर तैयार खड़ी फसल खेतों में ही खराब हो रही है। आजाद टीवी न्यूज़ के लिए कादियां से सलाम तारिक की रिपोर्ट। जी 3-4 दिन तो पानी खड़ा जी इत्थे सामने पर रावी दरिया भरिया जिमींदारां दी सारी जमीन है जी, उपजाऊ जमीन है, सारियां हज़ारां एकड़ जमीन है जी, जिथे पानी खड़ा वा बिल्कुल जमीन जिहड़ी है कणक जिहड़ी है पूरी डब्बी पई है दरिया पानी विच, किसी ने अजे तक 1 एकड़ भी नहीं कटी हुई जी। ते सरकार अगे इहो बेनती है जी इन्हां जिमींदारां नूं मुआवजा दिता जावे। ਲੱਖਾਂ रुपया नुकसान है जी। ਤੇ ਅਜੇ ਤੱਕ ਸਰਕਾਰੀ ਅਧਿਕਾਰੀ ਕੋਈ ਇੱਧਰ ਆਇਆ? ਅਧਿਕਾਰੀ ਨਹੀਂ ਆਇਆ ਜੀ, ਕੋਈ ਪਟਵਾਰੀ ਨਹੀਂ ਆਇਆ ਜੀ, ਕੋਈ ਗਰਦੌਰ ਨਹੀਂ ਆਇਆ, ਕੋਈ ਕੁਛ ਨਹੀਂ ਆਇਆ ਜੀ। ਕੁਝ ਜ਼ਮੀਨ ਜਿਹੜੀ ਹੈ ਸਾਡੀ ਇਹ ਭੋਏ ਹਲਕੇ 'ਚ ਪੈਂਦੀ ਹੈ, ਕੁਛ ਦੀਨਾਨਗਰ ਹਲਕੇ 'ਚ ਪੈਂਦੀ ਹੈ ਜੀ। ਸਾਡੀ 7 ਕਿੱਲੇ ਕਣਕ ਹੈ ਦਰਿਆ 'ਚ ਜੀ। ਇਹ ਸਾਰਾ ਦਰਿਆ ਦਾ ਪਾਣੀ ਹੈ ਜੀ? ਸਾਰਾ ਦਰਿਆ ਦਾ। ਕਿੰਨੇ ਕੁ ਵਜੇ ਨਾਲ ਪਾਣੀ ਆਇਆ ਇਹ ਪਰਸੋਂ ਕਰੀਬ 7 ਵਜੇ ਆਇਆ ਸਾਨੂੰ ਜੀ। ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਪਾਣੀ ਖੜਾ? ਹਾਂਜੀ। ਤੇ ਕਿੰਨਾ ਕੁ ਨੁਕਸਾਨ ਹੋਇਆ? ਰਿਹਾ ਘਟ ਨਹੀਂ ਰਿਹਾ, ਵੱਧ ਰਿਹਾ। ਹਾਂ। ਕਿੰਨਾ ਕੁ ਨੁਕਸਾਨ ਹੋਇਆ ਲੱਗਦਾ? ਨੁਕਸਾਨ ਤੁਹਾਡੇ ਸਾਹਮਣੇ ਹੈ ਜੀ, ਦੇਖ ਲਓ, ਲੱਖਾਂ ਦਾ ਹੋਇਆ ਜੀ। ਕੀ ਮੰਗ ਕਰਨਾ ਚਾਹੁੰਦੇ ਹੋ? ਸਰਕਾਰ ਅੱਗੇ ਬੇਨਤੀ ਹੈ ਜੀ। ਇੱਥੇ ਰਾਵੀ ਤੋਂ ਪਾਰ 7 ਪਿੰਡ ਜਿਹੜੇ ਉਹ ਵਸ ਰਹੇ ਨੇ ਔਰ 14 ਪਿੰਡ ਇੱਥੇ ਉਹ ਵੀ ਨੇ ਜਿਹੜੇ ਨਹੀਂ ਇੱਥੇ ਹੈਗੇ, ਉਹ ਪਿੱਛੇ ਲੋਕ ਵਸਦੇ ਨੇ। ਇਹਨਾਂ ਦੀ ਤਕਰੀਬਨ ਜ਼ਮੀਨ ਜਿਹੜੀ ਆ ਉਹ 4-5 ਹਜ਼ਾਰ ਏਕੜ ਹੈ। ਜਿਹੜੀ ਜ਼ਮੀਨ ਹੈ ਉਹਦੇ ਵਿੱਚ ਜ਼ਿਆਦਾ ਰਕਬਾ ਜਿਹੜਾ ਉਹ ਕਣਕ ਹੇਠ ਹੈ। ਗੰਨਾ ਤੇ ਇੱਥੇ ਵੈਸੇ ਥੋੜ੍ਹਾ ਲਾਉਂਦੇ ਨੇ, ਸਿਰਫ ਫਸਲੀ ਬਦਲਾਓ ਚੱਕਰ ਦੇ ਵਿੱਚ ਹੀ। ਜ਼ਿਆਦਾ ਕਣਕ ਹੈ ਤੇ ਕਣਕ ਜਿਹੜੀ ਕੱਟਣੀ ਇਹਨਾਂ ਨੂੰ ਮੁਸ਼ਕਲ ਹੋ ਗਈ ਆ, ਕਿਉਂਕਿ ਰੋਜ਼ ਹੀ ਰਾਵੀ 'ਚ ਪਾਣੀ ਆਉਣ ਕਰਕੇ ਰੈਂਪ ਜਿਹੜਾ ਇਹ ਰੁੜ ਜਾਂਦਾ ਸੀਗਾ। ਤੇ ਹੁਣ ਅੱਜ ਮੌਸਮ ਵੀ ਖਰਾਬ ਹੈ ਤੇ ਟਰਾਲੀਆਂ ਦੇ ਉੱਤੇ ਇਹੋ ਜਿਹਾ ਹੀ ਪ੍ਰਬੰਧ ਹੈ ਨਹੀਂ ਕਿ ਇਹ ਤਰਪਾਲਾਂ ਦੇ ਲੈਣ। ਜਿਨ੍ਹਾਂ ਕਿਸਾਨਾਂ ਦੀ ਸਮੇਂ ਸਿਰ ਫਸਲ ਨਹੀਂ ਵਿਕਣੀ, ਉਹ ਤਰਪਾਲਾਂ ਦਾ ਪ੍ਰਬੰਧ ਕਿੱਥੋਂ ਕਰਨਗੇ? ਮੈਂ ਸਰਕਾਰ ਦੇ ਅੱਗੇ ਬੇਨਤੀ ਕਰਦਾ ਕਿ ਇਹ ਪੁਲ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ। ਜਦੋਂ ਇਲੈਕਸ਼ਨ ਆਉਂਦੀ ਹੈ ਉਦੋਂ ਬੜੇ ਵਾਅਦੇ ਕੀਤੇ ਜਾਂਦੇ ਨੇ ਕਿ ਅਸੀਂ ਤੁਹਾਡੇ ਪੁਖਤਾ ਪ੍ਰਬੰਧ ਕਰਾਂਗੇ, ਉਹ ਕਰਾਂਗੇ, ਆ ਕਰਾਂਗੇ। ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਪੁਖਤਾ ਪ੍ਰਬੰਧ, ਤੇ ਹੁਣ ਇਸ ਵੇਲੇ ਜਿਹੜੀ ਆ ਉਹ ਬਾਰਿਸ਼ ਦੇ ਕਰਕੇ ਦਾਣੇ ਵੀ ਭਿੱਜ ਰਹੇ ਆ। ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇਹਨਾਂ ਦਾ ਪੁਖਤਾ ਪ੍ਰਬੰਧ ਕੀਤਾ ਜਾਏ। ਇਹਨਾਂ ਨੂੰ ਪਿੰਡ 7 ਪਿੰਡਾਂ ਦੀ ਫਸਲ ਹੈ ਜੀ ਇੱਧਰ, ਤੇ ਕਣਕ ਵੱਢੀ ਪਈ ਹੈ ਤੇ ਕੋਈ ਅਜੇ ਤੱਕ ਕੋਈ ਅਧਿਕਾਰੀ ਕੋਈ ਨਹੀਂ ਪਹੁੰਚਿਆ ਇੱਥੇ। ਉੱਪਰੋਂ ਬੱਦਲ ਵੀ ਆ ਗਿਆ, ਫਿਰ ਬਾਰਿਸ਼ ਫਿਰ ਆ ਗਈ ਹੈ ਤੇ ਕਿਸਾਨਾਂ ਨੂੰ ਪਹਿਲਾਂ ਬਹੁਤ ਮਾਰ ਪੈ ਰਹੀ ਹੈ ਤੇ ਹੁਣ ਰਹਿੰਦਾ ਖੁਦਾ ਕੋਈ ਬਰਸਾਤ ਨਾਲ ਤੇ ਬਾਕੀ ਸਰਕਾਰਾਂ ਨਹੀਂ ਧਿਆਨ ਦੇ ਰਹੀਆਂ। ਇਹ ਡੀਸੀ ਸਾਹਿਬ ਅੱਗੇ ਬੇਨਤੀ ਹੈ ਕਿ ਕੋਈ ਨਾ ਕੋਈ ਹੱਲ ਕਰਨ, ਇਹਨਾਂ ਦਾ ਪੁਲ ਪੱਕਾ ਬਣਾਇਆ ਜਾਏ ਇੱਥੇ, ਤਾਂ ਜੋ ਇਹਨਾਂ ਲੋਕਾਂ ਦੀ ਕੋਈ ਸੁਧਾਰ ਹੋ ਸਕੇ। ਇਹ ਲਾਰੇ ਹੀ ਹੈ ਜੀ, ਬਣਨਾ ਨਹੀਂ ਹੈ। ਲਾਰੇ ਜਦੋਂ ਵੋਟਾਂ ਆਉਂਦੀਆਂ ਉਦੋਂ ਲਾਰੇ ਲਾਉਂਦੇ ਵੀ ਪੁਲ ਬਣਾ ਦਾਂਗੇ, ਪੱਕਾ ਪੁਲ ਬਣਾਵਾਂਗੇ, ਪਰ ਬਣਾਉਂਦੇ ਨਹੀਂ ਹੈ। ਮੁਸ਼ਕਲ ਜੀ ਇੱਥੇ 1 ਹਫ਼ਤੇ ਤੋਂ ਇਸ ਦਰਿਆ ਦੇ ਵਿੱਚ ਰੋਜ਼ਾਨਾ ਹੀ ਲੋੜ ਤੋਂ ਬਹੁਤ ਜ਼ਿਆਦਾ ਪਾਣੀ ਛੱਡਿਆ ਜਾ ਰਿਹਾ ਜੀ। ਇੱਥੇ ਸਾਡਾ ਆਰਜੀ ਪੁਲ ਆ ਜੀ, ਆਰਜੀ ਪੁਲ ਦੇ ਅਗਲੇ ਪਾਸੇ ਸਾਡਾ ਇੱਕ ਮਿੱਟੀ ਦਾ ਅਸੀਂ ਰੈਂਪ ਬਣਾਉਂਦੇ ਆ, ਉਹ ਵੀ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਕੇ ਜੀ। 1 ਹਫ਼ਤੇ ਤੋਂ ਇਹ ਰੋਜ਼ਾਨਾ ਜਿਹੜਾ ਵਾ ਇਹ ਰੈਂਪ ਜਿਹੜਾ ਵਾ ਪਾਣੀ ਵਹਾ ਕੇ ਲੈ ਜਾਂਦਾ ਜੀ। ਸਾਡਾ ਮਤਲਬ ਪਰਸੋਂ ਤੋਂ ਇਹ ਟਰਾਲੀਆਂ ਲੱਦੀਆਂ ਖੜੀਆਂ ਜੀ, ਕਣਕ ਦੀਆਂ ਕਟਾਈ ਕੀਤੀਆਂ। ਪਰਸੋਂ ਤੋਂ ਇਹ ਜਿਹੜੇ ਕਿਸਾਨ ਆ ਇੱਥੇ ਹੀ ਆਪਣੇ ਮਤਲਬ ਵੀ ਦਰਿਆ ਦੇ ਉੱਤੇ ਹੀ ਰਾਤਾਂ ਕੱਟਦੇ ਪਏ ਆ। ਉਧਰੋਂ ਉੱਤੋਂ ਬਾਰਿਸ਼ ਹੁੰਦੀ ਪਈ ਆ ਜੀ, ਫਸਲ ਸਾਡੀ ਬਰਬਾਦ ਹੁੰਦੀ ਪਈ ਆ। ਬਹੁਤ ਜ਼ਿਆਦਾ ਫਸਲ ਜਿਹੜੀ ਪੱਕ ਕੇ ਤਿਆਰ ਖੜੀ ਆ, ਉਹਨੂੰ ਕੱਟਣ ਦਾ ਟਾਈਮ ਨਹੀਂ ਮਿਲਦਾ ਪਿਆ, ਕਿਉਂਕਿ ਸਾਡਾ ਮੰਡੀਆਂ ਤੱਕ ਪੁੱਜਣ ਦਾ ਕੋਈ ਰਾਬਤਾ ਹੀ ਨਹੀਂ ਬਣਦਾ ਪਿਆ। ਸਾਡੀ ਸਰਕਾਰਾਂ ਨੂੰ ਇਹ ਬੇਨਤੀ ਆ ਕਿ ਮਤਲਬ ਪਾਣੀ ਨੂੰ ਕੰਟਰੋਲ ਕੀਤਾ ਜਾਵੇ, ਤਾਂ ਕਿ ਇਹ ਜਿਹੜਾ ਰੈਂਪ ਹੈ ਇਹ ਰੋਣੋਂ ਬਚ ਸਕੇ ਤੇ ਅਸੀਂ ਆਪਣੀ ਜਿਹੜੀ ਫਸਲ ਆ ਉਹ ਟਾਈਮ ਸਿਰ ਕੱਟ ਕੇ ਮੰਡੀਆਂ ਵਿੱਚ ਜਾ ਸਕੀਏ। ਨੰਬਰ 2, ਇਸ ਵੇਲੇ ਜੀ 70 ਟਰਾਲੀਆਂ ਦੇ ਕਰੀਬ ਟਰਾਲੀਆਂ ਜਿਹੜੀਆਂ ਲੱਦੀਆਂ ਖੜੀਆਂ ਜੀ, ਜਿਹੜੀਆਂ ਪਿੰਡਾਂ ਦੇ ਵਿੱਚ ਆ, ਕੁਛ ਖੜੀਆਂ, ਕੁਛ ਆ ਦਰਿਆ ਦੇ ਉੱਤੇ ਖੜੀਆਂ ਜੀ। ਇਸ ਕਰਕੇ ਸਾਡੀ ਸਰਕਾਰ ਨੂੰ ਬੇਨਤੀ ਆ ਕਿ ਸਾਨੂੰ ਵੀ ਆਪਣੇ ਹਿੰਦੁਸਤਾਨੀ ਨਾਗਰਿਕ ਸਮਝੋ
ਤੇ ਸਾਡੇ ਉੱਤੇ ਵੀ ਕੋਈ ਦਇਆ ਕਰੋ ਤਾਂ ਕਿ ਮਤਲਬ ਅਸੀਂ ਆਪਣੀ ਫਸਲ ਜਿਹੜੀ ਆ ਟਾਈਮ ਸਿਰ ਕਟਾਈ ਕਰਕੇ ਆਪਣੀ ਮੰਡੀਆਂ ਦੇ ਵਿੱਚ ਅਸੀਂ ਪਹੁੰਚਾ ਸਕੀਏ। ਮੇਰਾ ਇਹਦੇ ਬਾਰੇ ਕਹਿਣਾ ਵੀ ਇੱਥੇ ਨਾ ਐਕਚੁਅਲੀ ਡੈਮ ਵਾਲੇ ਨੇ ਨਾ, ਡੈਮ ਵਾਲੇ ਪਾਣੀ ਛੱਡ ਦਿੰਦੇ ਆ, ਉਹ ਪਾਣੀ ਜ਼ਿਆਦਾ ਛੱਡ ਦਿੰਦੇ, ਉਹਦੇ ਨਾਲ ਸਾਡਾ ਰੈਂਪ ਨੂੰ ਡਿਫੈਕਟ ਹੋ ਜਾਂਦਾ। ਉਹ ਡਿਫੈਕਟ ਜਦੋਂ ਰੈਂਪ ਡਿਫੈਕਟ ਹੋ ਜੇ ਤਾਂ ਉੱਥੇ ਇੰਨੀ ਕੁ ਸੀਪੇਜ ਹੋ ਜਾਂਦੀ ਵੀ ਇੱਕ ਦਿਨ ਵਾਸਤੇ ਫਿਰ ਉਹ ਕੰਮ ਨਹੀਂ ਹੋ ਸਕਦਾ। ਫਿਰ ਉਹ ਆਪਣਾ ਸੀਪੇਜ ਕੱਢਦੀ ਹੈ। ਉਸ ਤੋਂ ਬਾਅਦ ਪਿੰਡ ਵਾਲੇ ਵੀ ਸਾਨੂੰ ਕਾਫੀ ਸਹਿਯੋਗ ਦਿੰਦੇ ਆ ਔਰ ਅਸੀਂ ਡਿਪਾਰਟਮੈਂਟਲੀ ਵੀ ਇਹਨੂੰ ਥਰੂ ਕਰ ਦਈਦਾ। ਨਹੀਂ ਹਰ ਵਾਰੀ ਨਹੀਂ ਬਣਾਉਂਦੇ, ਜਦੋਂ ਕੋਈ ਮਾਮੂਲੀ ਕੰਮ ਨਾ ਹੁੰਦਾ ਇਹ ਖੁਦ ਕਰਦੇ, ਜਦੋਂ ਕੋਈ ਮਾਮੂਲੀ ਕੰਮ ਹੁੰਦਾ ਵੀ ਕਰਦੇ ਆ, ਨਹੀਂ ਤਾਂ ਸਾਡੇ ਬੰਦੇ ਕਰਦੇ, ਸਾਡੇ ਡਿਪਾਰਟਮੈਂਟ ਦੇ ਬੰਦੇ ਇੱਥੇ ਬੈਠੇ ਆ ਸਾਰੇ ਕਰਦੇ। ਜਿੱਦਾਂ ਸਪੋਜ਼ ਕਰੋ ਕੋਈ ਘੰਟੇ ਡੇਢ ਘੰਟੇ ਦਾ ਕੰਮ ਹੈਗਾ ਕਿ ਸਾਡੇ ਬੰਦੇ ਨਹੀਂ ਆ ਸਕਦੇ ਤੇ ਇਹ ਕਾਫੀ ਸਹਿਯੋਗ ਦਿੰਦੇ ਪਿੰਡ ਵਾਲੇ, ਕੋਈ ਸ਼ੱਕ ਨਹੀਂ ਹੈ। ਔਰ ਬਾਕੀ ਅਸੀਂ ਕਰਦੇ ਹਾਂ ਤੇ ਜੋ ਵੀ ਕੋਈ ਸਟੋਰੀ ਜਿਹੜੀ ਟੁੱਟਦੀ ਹੈ ਉਹ ਅਸੀਂ ਨਾਲ ਰਿਪੇਅਰ ਕਰੀਦੀ ਹੈ, ਚੇਂਜ ਵੀ ਕਰ ਦਈਦੀ ਆ। ਤਾਂ ਇਹਦੇ ਬਾਰੇ ਦੇਖੋ ਜੀ ਅਪਰੂਵਲ ਆ ਰਹੀ ਹੈ ਤੇ ਜੇ ਪੱਕਾ ਪੁਲ ਬਣੇਗਾ ਤੇ ਨੈਚੁਰਲ ਦੀ ਜਲਦੀ ਅਸੀਂ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਮਾਈਨਰ ਕਿਤੇ ਰਿਪੇਅਰ ਹੁੰਦੀ ਹੈ ਨਾ, ਜਦੋਂ ਅਸੀਂ ਨਹੀਂ ਹੁੰਦੇ, ਜਿੱਦਾਂ ਸਪੋਜ਼ ਕਰੋ ਘੰਟੇ 2 ਘੰਟੇ ਦਾ ਕੰਮ ਹੈਗਾ ਤੇ ਇਹ ਕੰਮ ਨੂੰ ਜਲਦੀ ਸੁਚਾਰੂ ਕਰਨ ਵਾਸਤੇ ਖੁਦ ਕਰਦੇ ਆ। ਪਰ ਜਿਹੜੇ ਮੇਜਰ ਇਫੈਕਟ ਪੈ ਜਾਂਦਾ, ਜਿੱਦਾਂ ਕਾਫੀ ਅਪਰੋਚ ਜੁੜ ਜਾਂਦੀ ਹੈ, ਜਿੱਥੇ ਕੋਈ ਪੂਰਾ ਦਿਨ ਲੱਗਣਾ, ਤਾਂ ਸਾਡੇ ਸਰਕਾਰੀ ਮੁਲਾਜ਼ਮ ਸਾਡੇ ਇੱਥੇ 2 ਪਰਮਾਨੈਂਟ ਬੋਟਮੈਨ ਹੈਗੇ ਆ, ਪਰਮਾਨੈਂਟ ਰਹਿੰਦੇ ਆ ਇੱਥੇ। ਉਹ ਸਾਡੀ ਦੇਖ ਰੇਖ ਹੀ ਉਹ ਕਰਦੇ ਆ ਬੰਦੇ। ਕੋਈ ਵੀ ਪ੍ਰੋਬਲਮ ਆਉਂਦੀ, ਹਾਂ ਮੈਂ ਇਹਨਾਂ ਫਿਰ ਕਹਿ ਰਿਹਾ ਪਿੰਡ ਵਾਲੇ ਜਿੰਨੇ ਵੀ ਹੈ ਸਹਿਯੋਗ ਦਿੰਦੇ ਆ, ਪਰ ਇਹਨਾਂ ਦਾ ਮੈਂ ਇੱਕ ਗੁਜ਼ਾਰਿਸ਼ ਕਰਨਾ ਚਾਹੁੰਦਾ ਵੀ ਇਹ ਓਵਰਲੋਡ ਉੱਪਰੋਂ ਬਹੁਤ ਕਰਦੇ ਪਏ ਆ। ਓਵਰਲੋਡਿੰਗ ਜੇ ਬੰਦ ਕਰ ਦੇਣ ਤੇ ਮੇਰੇ ਹਿਸਾਬ ਨਾਲ ਕਾਫੀ ਹੱਦ ਤੱਕ ਪ੍ਰੋਬਲਮ ਸੋਲਵ ਹੋ ਜਾਏਗੀ। ਜਿਹੜੀ ਸਥਿਤੀਆਂ ਟੁੱਟਦੀਆਂ ਪਈਆਂ ਨਾ ਇਹ ਡਿਊ ਟੂ ਓਵਰਲੋਡਿੰਗ। ਡੈਮ ਦਾ ਬਗੈਰ ਡੈਮ ਨਾਲ ਕਦੀ ਗੱਲਬਾਤ ਅਸੀਂ ਕਰਦੇ ਵੀ ਹਾਂ, ਉਹ ਕਹਿੰਦੇ ਆ ਤੁਹਾਨੂੰ ਸੂਚਿਤ ਕਰਾਂਗੇ, ਪਰ ਸਾਨੂੰ ਕਦੀ ਸੂਚਿਤ ਕਰਦੇ ਨਹੀਂ। ਸਾਰਾ ਡੈਮ ਹੈ ਕਸੂਰ ਵਾਲੇ ਦਾ। ਹਾਂ ਪਾਣੀ ਜਿਹੜਾ ਵੱਧਦਾ ਉਹ ਆਪਣੀ ਮਰਜ਼ੀ ਨਾਲ ਛੱਡ ਦਿੰਦੇ। ਜੇ ਸਾਨੂੰ ਦੱਸ ਦੇਣ 1-2 ਦਿਨ ਪਹਿਲਾਂ ਪਾਣੀ ਜਾਂ ਹੌਲੀ ਹੌਲੀ ਛੱਡਣ ਤੇ ਉਹਦਾ ਹੱਲ ਕੱਢਿਆ ਜਾ ਸਕਦਾ। ਤੇ ਬਾਕੀ ਮੈਂ ਪਿੰਡ ਵਾਲੇ ਨੂੰ ਸਹਿਯੋਗ ਕਰਨਾ ਚਾਹੁੰਦਾ ਉਹਦੇ ਵੱਲੋਂ ਵੀ ਸਾਨੂੰ ਸਹਿਯੋਗ ਕਾਫੀ ਦੇ ਰਿਹਾ ਤੇ ਪਰ ਓਵਰਲੋਡਿੰਗ ਥੋੜੀ ਘੱਟ ਕਰਨ। ਜੇ ਓਵਰਲੋਡਿੰਗ ਨਹੀਂ ਹੋਏਗੀ ਤੇ ਜਿਹੜੀ ਸਥਿਤੀਆਂ ਟੁੱਟਦੀਆਂ ਉਹ ਥੋੜੀ ਘੱਟ ਜਾਣਗੀਆਂ। ਨਗਰ ਦੇ ਹਲਕੇ